ਉਹ ਬੱਸ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਨ ਉਸ ਦੇ ਸ਼ੀਸ਼ੇ ਟੁੱਟੇ ਸੀਗੇ ਉਸ ਹੜਦੁੰਗ ਦੇ ਵਿੱਚ। ਉਸ ਨੂੰ ਵੀ ਬੇਅਦਬੀ ਮੰਨਿਆ ਗਿਆ। ਇਸ ਤੋਂ ਵੱਧ ਵੀ ਕੁਝ ਹੋ ਸਕਦਾ ਸੀਗਾ। ਜੀਪ ਦੇ ਉੱਤੇ ਹੜਦੁੰਗ ਮਚਾ ਰਹੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਰੋਕਿਆ, ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਤਰੀਕੇ ਦੀ ਇਦਾਂ ਦੇ ਗੀਤ ਨਾ ਵਜਾਓ, ਆਵਾਜ਼ ਘੱਟ ਕਰ ਲਓ। ਤੇ ਉਸ ਤੋਂ ਬਾਅਦ ਇੱਕਦਮ ਜਿਹੜੀ ਵੀਡੀਓ ਸਾਡੇ ਸਾਹਮਣੇ ਆਉਂਦੀ ਹੈ ਕਿ ਉਸ ਦਾ ਕਤਲ ਹੋ ਜਾਂਦਾ, ਡਿੱਗੇ ਪਏ ਦੇ ਉੱਤੇ ਵੀ ਇੱਟਾਂ ਮਾਰੀਆਂ ਜਾਂਦੀਆਂ। ਇੱਕ ਹੱਥ ਵੱਢਿਆ ਹੋਇਆ ਸਾਰਾ, ਉਹਦਾ ਗੁੱਟ ਉੱਤਰ ਚੁੱਕਿਆ ਸੀਗਾ। ਅਸੀਂ ਉਹ ਵੀਡੀਓਜ਼ ਵੀ ਆਈਆਂ ਕਿ ਉਂਗਲਾਂ ਵੱਢੀਆਂ ਹੋਈਆਂ, ਉਹਦਾ ਹੱਥ ਵੱਢਿਆ ਹੋਇਆ। ਦੂਸਰੀ ਬਾਂਹ ਜਿਹੜੀ ਆ ਉਹਦੀ ਪੂਰੀ ਲਗਭਗ 12 ਇੰਚ ਲੰਬਾ ਉਸ ਦੇ ਉੱਤੇ ਕੱਟ ਪਿਆ ਹੋਇਆ ਸਾਨੂੰ ਨਜ਼ਰ ਆਉਂਦਾ। ਉਹ ਕਹਿੰਦੇ ਕਿ ਸਤਬੀਰ ਦੀ ਮਰਹੂਮ ਪ੍ਰਦੀਪ ਸਿੰਘ ਨਾਲ ਕੋਈ ਕਿਸੇ ਕਿਸਮ ਦੀ ਸਿੱਧੀ ਲੜਾਈ ਨਹੀਂ ਸੀ। ਇੱਕਦਮ ਪ੍ਰਦੀਪ ਨੂੰ ਅਹਿਸਾਸ ਹੁੰਦਾ ਕਿ ਇਸ ਨਾਲ ਤਾਂ ਮੇਰਾ ਕੋਈ ਝਗੜਾ ਹੀ ਨਹੀਂ। ਅੱਜ ਸਾਡੇ ਸਾਹਮਣੇ ਇੱਕ ਉਹ ਪਰਿਵਾਰ ਜਿਸ ਨੇ ਆਪਣਾ ਬੱਚਾ ਖੋਲਿਆ, ਜਿਹੜਾ ਇਸ ਜਹਾਨ ਤੋਂ ਕੂਚ ਕਰ ਗਿਆ। ਦੂਜੇ ਪਾਸੇ ਉਹ ਪਰਿਵਾਰ ਜਿਨ੍ਹਾਂ ਦਾ 1.5 ਸਾਲ ਦਾ ਬੱਚਾ ਹੈ, ਵਿਲਕਦੇ ਫਿਰਦੇ ਨੇ, ਘਰ ਉਹਨਾਂ ਦੇ ਜਿੰਦਰੇ ਲੱਗੇ ਆ। ਦਾ ਇੰਪੈਕਟ ਵਿਦ ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹੈਪੀ ਭਗਤਾ ਤੇ ਸਾਡੇ ਨਾਲ ਨੇ ਸਾਡੇ ਸੀਨੀਅਰ ਪੱਤਰਕਾਰ ਪ੍ਰਿੰਸ ਭਾਰਤਵਾਜ ਜੀ। ਭਾਰਤਵਾਜ ਜੀ ਬਹੁਤ ਬਹੁਤ ਸਵਾਗਤ। ਸ਼ੁਕਰੀਆ ਹੈਪੀ ਜੀ। ਠੀਕ ਹੋ? ਬਹੁਤ ਵਧੀਆ ਜੀ। ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਕੁਝ ਹਫ਼ਤਿਆਂ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟੀਆਂ। ਹੋਲਾ ਮਹੱਲੇ ਦੀ ਘਟਨਾ ਨੂੰ ਦੇਖਦੇ ਹਾਂ। ਕਈ ਵਾਰੀ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਦੇਖਦੇ ਹਾਂ। ਪੱਖ ਦੋ ਹੁੰਦੇ ਨੇ, ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਉਸ ਘਟਨਾ ਨੂੰ, ਸਾਰੀ ਘਟਨਾ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਨਿਹੰਗ ਸਿੰਘ ਦਾ ਕਤਲ ਹੋ ਜਾਂਦਾ ਹੈ, ਉਸ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਤੇ ਜਿੰਨੇ ਵੀ ਲੋਕ ਬੈਠੇ ਨੇ ਇੱਕਦਮ ਉਸ ਦੇ ਪੱਖ 'ਚ ਚਲੇ ਜਾਂਦੇ ਨੇ, ਪਰ ਜਦੋਂ ਦੂਜਾ ਪੱਖ ਸਾਹਮਣੇ ਆਉਂਦਾ ਤਾਂ ਉਹੀ ਲੋਕ ਉਧਰਲੇ ਪੱਖ 'ਚ ਭੁਗਤ ਜਾਂਦੇ ਨੇ। ਬਹੁਤ ਮਹੱਤਵਪੂਰਨ ਸਵਾਲ ਚੁੱਕਿਆ ਤੁਸੀਂ ਹੈਪੀ ਭਗਤਾ ਜੀ। ਮਸਲਾ ਇਹ ਹੈ ਕਿ ਜਿੱਦਾਂ ਤੁਸੀਂ ਹੀ ਆਖਿਆ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਹਰ ਘਟਨਾ ਦੇ ਦੋ ਪੱਖ ਤੋਂ ਬਿਨਾਂ ਹੋਰ ਕਈ ਸਾਰੇ ਪੱਖ ਹੁੰਦੇ ਨੇ। ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪ੍ਰਦੀਪ ਸਿੰਘ ਜਿਹੜਾ ਕੈਨੇਡਾ ਤੋਂ PR ਹੋ ਕੇ ਆਪਣੇ ਦੇਸ਼ ਪਰਤਿਆ ਸੀ, ਅੱਜ ਉਸ ਨੂੰ ਮਰਹੂਮ ਪ੍ਰਦੀਪ ਸਿੰਘ ਕਹਿਣਾ ਪੈ ਰਿਹਾ। ਉਮਰ ਸਿਰਫ ਮਹਿਜ਼ 24 ਸਾਲ ਦੀ ਉਮਰ। 24 ਸਾਲ ਦੀ ਉਮਰ ਦੇ ਵਿੱਚ ਐਡੇ ਪਾਵਨ ਦਿਹਾੜੇ ਦੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਅਸੀਂ ਹੋਲਾ ਮਹੱਲਾ ਸੈਲੀਬ੍ਰੇਟ ਕਰਨ ਗਏ ਹਾਂ। ਗੁਰੂ ਪਾਤਸ਼ਾਹ ਦਾ ਬਖਸ਼ਿਆ ਹੋਲਾ ਮਹੱਲਾ ਅਸੀਂ ਉੱਥੇ ਮਨਾਉਣ ਗਏ ਹਾਂ। ਪਰ ਉਸ ਹੋਲੇ ਮਹੱਲੇ ਦੇ ਵਿੱਚ ਐਤਕੀ ਜਿਸ ਤਰੀਕੇ ਦੀ ਘਟਨਾ ਉੱਥੇ ਵਾਪਰੀ ਹੈ ਕਿ 24 ਸਾਲਾ ਪ੍ਰਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਇਸ ਜਹਾਨ ਤੋਂ ਕੂਚ ਕਰ ਜਾਂਦਾ। ਉਹ ਵੀ ਕੋਈ ਕੁਦਰਤੀ ਮੌਤ ਨਹੀਂ, ਬਲਕਿ ਭਿਆਨਕ ਤਰੀਕੇ ਨਾਲ ਕੀਤਾ ਹੋਇਆ ਉਸ ਦਾ ਕਤਲ ਜੀ। ਔਰ ਉਸ ਤੋਂ ਵੀ ਮਹੱਤਵਪੂਰਨ ਗੱਲ ਕਿ ਜਦੋਂ ਉਸ ਦੇ ਨਾਲ ਇਹ ਘਟਨਾ ਵਾਪਰ ਰਹੀ ਸੀ ਤਾਂ ਹਜ਼ਾਰਾਂ ਲੋਕ ਆਲੇ ਦੁਆਲੇ ਮੂਕ ਤਮਾਸ਼ਬੀਨ ਬਣ ਕੇ ਉੱਥੇ ਵੀਡੀਓਜ਼ ਬਣਾ ਰਹੇ ਸੀ। ਕਿਸੇ ਨੇ ਉਸ ਘਟਨਾ ਨੂੰ ਰੋਕਣ ਦਾ ਯਤਨ ਨਹੀਂ ਕੀਤਾ। ਜਦੋਂ ਪ੍ਰਦੀਪ ਸਿੰਘ ਦਾ ਕਤਲ ਹੋ ਜਾਂਦਾ, ਨਿਹੰਗ ਸਿੰਘ ਬਾਣੇ ਦੇ ਵਿੱਚ ਹੁੰਦਾ, ਉਸ ਦਾ ਜਿਹੜੀ ਠਹਿਰ ਹੈ, ਉਸ ਦਾ ਜਿਹੜਾ ਪੜਾਅ ਹੈ, ਉਹ ਪੜਾਅ ਛਾਉਣੀ ਬਾਬਾ ਜਿਹੜਾ ਬੁੱਢੇ ਦਲ ਦੀ ਜਿਹੜੀ ਛਾਉਣੀ ਹੈ 96 ਕਰੋੜੀਆਂ ਦੀ, ਉੱਥੇ ਉਸਨੇ ਆਪਣਾ ਪੜਾਅ ਕੀਤਾ ਹੁੰਦਾ, ਕਿਆਮ ਕੀਤਾ ਹੁੰਦਾ। ਪਰੰਤੂ ਜਿਹੜੀ ਆਪਣੀ ਸੇਵਾ ਨਿਭਾ ਰਿਹਾ, ਉਹ ਜਿਹੜਾ ਅਨੰਦਪੁਰ ਸਾਹਿਬ ਦਾ ਮੁੱਖ ਗੇਟ ਹੈ ਜਿਸ ਦੇ ਵਿੱਚੋਂ ਆਪਾਂ ਐਂਟਰ ਕਰਦੇ ਹਾਂ, ਉੱਥੇ ਉਹ ਸੇਵਾ ਨਿਭਾ ਰਿਹਾ। ਵੇਖਦਾ ਕੀ ਆ, ਹੋਇਆ ਕੀ ਹੈ, ਜਿਹੜਾ ਪ੍ਰਤੱਖਦਰਸ਼ੀਆਂ ਦੇ ਮੁਤਾਬਕ ਅਸੀਂ ਵੀ, ਕਿਉਂਕਿ ਮੈਂ ਤੇ ਮੇਰਾ ਕੈਮਰਾ ਸਹਿਯੋਗੀ, ਸਾਡੀ ਟੀਮ ਉੱਥੇ ਸੀ, ਜਗਰੂਪ ਵੀ ਉੱਥੇ ਸੀਗਾ, ਅਸੀਂ ਗਏ ਸੀਗੇ ਉੱਥੇ। ਘਟਨਾ ਤੇ ਮੌਕੇ ਤੇ ਮੌਜੂਦ ਨਹੀਂ ਸੀ, ਪਰ ਘਟਨਾ ਤੋਂ ਬਾਅਦ ਜਿਹੜਾ ਕੁਝ ਉੱਥੇ ਅਸੀਂ ਸਮਝਿਆ, ਸੋਚਿਆ, ਸੁਣਿਆ, ਜੋ ਕੁਝ ਅਸੀਂ ਵੇਰਵੇ ਪ੍ਰਾਪਤ ਕੀਤੇ। ਉੱਚੀ ਆਵਾਜ਼ ਦੇ ਵਿੱਚ ਕੁਝ ਲੋਕ ਗੀਤ ਚਲਾ ਰਹੇ ਸੀ, ਗੰਦੇ ਗੀਤ ਚਲਾ ਰਹੇ ਸੀ, ਜਾਂ ਜਿਹੜੇ ਵੀ ਕੋਈ ਗੀਤ ਸੀਗੇ ਉਹ ਗੀਤ ਚਲਾ ਰਹੇ ਸੀ। ਪ੍ਰਦੀਪ ਸਿੰਘ ਨੇ ਆਪਣੀ ਅਖਲਾਕੀ ਫਰਜ਼ ਸਮਝਿਆ ਕਿ ਅਸੀਂ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਤੇ ਆਏ ਹੋਏ ਹਾਂ। ਉਸ ਨੇ ਉਹਨਾਂ ਜੀਪ ਦੇ ਉੱਤੇ ਹੜਦੁੰਗ ਮਚਾ ਰਹੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਰੋਕਿਆ, ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਤਰੀਕੇ ਦੀ ਇਦਾਂ ਦੇ ਗੀਤ ਨਾ ਵਜਾਓ, ਆਵਾਜ਼ ਘੱਟ ਕਰ ਲਓ, ਮਹੱਤਤਾ ਸਮਝੋ ਕਿ ਅਸੀਂ ਕਿਸ ਦਿਹਾੜੇ ਦੇ ਉੱਤੇ, ਕਿਸ ਸਥਾਨ ਦੇ ਉੱਤੇ ਆਏ ਹਾਂ, ਉਸ ਚੀਜ਼ ਦੀ ਮਹੱਤਤਾ ਸਮਝੋ। ਇਹ ਇੱਕ ਪੱਖ। ਔਰ ਇਸੇ ਪੱਖ ਦੇ ਵਿੱਚੋਂ ਅੱਗੇ ਤਕਰਾਰਬਾਜ਼ੀ ਵੱਧਦੀ ਆ ਉਹਨਾਂ ਜੀਪ ਸਵਾਰ ਨੌਜਵਾਨਾਂ ਦੇ ਨਾਲ। ਤੇ ਉਸ ਤੋਂ ਬਾਅਦ ਇੱਕਦਮ ਜਿਹੜੀ ਵੀਡੀਓ ਸਾਡੇ ਸਾਹਮਣੇ ਆਉਂਦੀ ਹੈ ਕਿ ਉਸ ਦਾ ਕਤਲ ਹੋ ਜਾਂਦਾ, ਡਿੱਗੇ ਪਏ ਦੇ ਉੱਤੇ ਵੀ ਇੱਟਾਂ ਮਾਰੀਆਂ ਜਾਂਦੀਆਂ ਨੇ। ਹੁਣ ਇਸ ਸਾਰੀ ਘਟਨਾ ਦੇ ਵਿੱਚ ਇੱਕ ਬਦਲਾਅ ਆਇਆ। ਇਸ ਸਾਰੀ ਘਟਨਾ ਦੇ ਵਿੱਚ ਇੱਕ ਨਵਾਂ ਪਹਿਲੂ ਜੁੜ ਗਿਆ। ਉਹ ਨਵਾਂ ਪਹਿਲੂ ਇਹ ਜੁੜਿਆ ਹੈ ਕਿ ਇੱਕ ਨੌਜਵਾਨ ਜਿਸ ਦਾ ਪਿੰਡ ਨਲੌਵੀ ਹੈ ਅਨੰਦਪੁਰ ਸਾਹਿਬ ਦੇ ਨੇੜੇ ਹੀ, ਨੂਰਪੁਰ ਬੇਦੀ ਦੇ ਨੇੜੇ, ਸਤਬੀਰ ਸਿੰਘ ਨਾਮ ਦਾ ਨੌਜਵਾਨ, ਉਸ ਦੀ ਪਤਨੀ ਜਿਹੜੀ ਹੈ ਗੁਰਵਿੰਦਰ ਕੌਰ, PGI ਦੇ ਵਿੱਚੋਂ ਸਾਹਮਣੇ ਆਏ ਨੇ। ਸਤਬੀਰ ਸਿੰਘ ਦਾ ਇੱਕ ਹੱਥ ਵੱਢਿਆ ਹੋਇਆ ਸਾਰਾ, ਉਹਦਾ ਗੁੱਟ ਉੱਤਰ ਚੁੱਕਿਆ ਸੀਗਾ। ਅਸੀਂ ਉਹ ਵੀਡੀਓਜ਼ ਵੀ ਆਈਆਂ ਕਿ ਉਂਗਲਾਂ ਵੱਢੀਆਂ ਹੋਈਆਂ, ਉਹਦਾ ਹੱਥ ਵੱਢਿਆ ਹੋਇਆ ਇੱਕ ਨੌਜਵਾਨ ਦਾ ਸਾਹਮਣੇ ਆਇਆ। ਤੇ ਦੂਸਰੀ ਬਾਂਹ ਜਿਹੜੀ ਆ ਉਹਦੀ ਪੂਰੀ ਲਗਭਗ 12 ਇੰਚ ਲੰਬਾ ਉਸ ਦੇ ਉੱਤੇ ਕੱਟ ਪਿਆ ਹੋਇਆ ਸਾਨੂੰ ਨਜ਼ਰ ਆਉਂਦਾ ਜੀ। ਸਤਬੀਰ ਸਿੰਘ ਦੀ ਪਤਨੀ ਜਿਹੜੀ ਹੈ, ਉਹਨਾਂ ਦਾ ਪਹਿਲੂ, ਉਹਨਾਂ ਦਾ ਪੱਖ ਇਹ ਹੈ ਕਿ ਇਹਨਾਂ ਦਾ ਘਰ ਵਾਲਾ ਉਹ ਆਪਣੇ ਪਿੰਡ ਦੇ ਮੁੰਡਿਆਂ ਦੇ ਨਾਲ ਜੀਪ ਦੇ ਉੱਤੇ ਨਹੀਂ ਗਏ ਸੀਗੇ, ਬਲਕਿ
ਉੱਥੇ ਜਿਹੜੀ ਘਟਨਾ ਵਾਪਰ ਰਹੀ ਸੀ ਉਹ ਉਸ ਘਟਨਾ ਨੂੰ ਵਾਚ ਰਹੇ ਸੀ, ਦੇਖ ਰਹੇ ਸੀ ਉਸ ਘਟਨਾ ਨੂੰ। ਉਹ ਕਹਿੰਦੇ ਕਿ ਸਤਬੀਰ ਦੀ ਮਰਹੂਮ ਪ੍ਰਦੀਪ ਸਿੰਘ ਨਾਲ ਕੋਈ ਕਿਸੇ ਕਿਸਮ ਦੀ ਸਿੱਧੀ ਲੜਾਈ ਨਹੀਂ ਹੋਈ, ਬਲਕਿ ਜਿਨ੍ਹਾਂ ਨਾਲ ਲੜਾਈ ਹੋਈ ਉਹਨਾਂ ਨਾਲ ਤਕਰਾਰਬਾਜ਼ੀ ਹੁੰਦੇ ਹੁੰਦੇ ਪ੍ਰਦੀਪ ਸਿੰਘ ਦੀ ਜਿਹੜੀ ਕਿਰਪਾਨ ਹੈ, ਉਸ ਕਿਰਪਾਨ ਦਾ ਵਾਰ ਜਿਹੜਾ ਹੈ ਉਹ ਵਾਰ ਸਤਵੀਰ ਦੇ ਹੱਥ ਦੇ ਉੱਤੇ ਹੋ ਇਹ ਵੀ ਕਹਿੰਦੇ ਨੇ ਕਿ ਉਹ ਪਤਨੀ ਗੁਰਵਿੰਦਰ ਕੌਰ ਇਹ ਵੀ ਕਹਿੰਦੇ ਨੇ ਕਿ ਉਹ ਜੱਫੀ 'ਚ ਲੈ ਕੇ ਉਹਨੂੰ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ। ਮੈਂ ਸਮਝਾਉਣਾ ਤੁਹਾਨੂੰ ਸਾਰੀ ਗੱਲ। ਉਹ ਹੋਇਆ ਕੀ ਕਿ ਜਦੋਂ ਪ੍ਰਦੀਪ ਸਿੰਘ ਦੀ ਕਿਰਪਾਨ ਦਾ ਵਾਰ ਸਤਵੀਰ ਦੇ ਹੱਥ ਦੇ ਉੱਤੇ ਹੁੰਦਾ, ਉਸ ਦਾ ਹੱਥ ਜਾਂ ਉਸ ਦੀਆਂ ਉਂਗਲਾਂ ਅਲੱਗ ਹੁੰਦੀਆਂ ਨੇ, ਔਰ ਦੂਜਾ ਵਾਰ ਜਿਹੜਾ ਹੈ ਉਹ ਉਸ ਦੀ ਬਾਹ ਦੇ ਉੱਤੇ ਹੁੰਦਾ, ਜਿਹੜਾ 12 ਇੰਚ ਲੰਬਾ ਦੱਸਿਆ ਜਾ ਰਿਹਾ, ਜਿਹੜਾ ਉਹ ਫੱਟ ਹੈ, ਤਾਂ ਇੱਕਦਮ ਪ੍ਰਦੀਪ ਨੂੰ ਅਹਿਸਾਸ ਹੁੰਦਾ ਕਿ ਇਸ ਨਾਲ ਤਾਂ ਮੇਰਾ ਕੋਈ ਝਗੜਾ ਹੀ ਨਹੀਂ ਸੀ। ਤੇ ਕਿਹਾ ਜਾ ਰਿਹਾ, ਉਹ ਵੀਡੀਓਜ਼ ਵੀ ਆਈਆਂ ਨੇ ਸਾਹਮਣੇ, ਕਿ ਪ੍ਰਦੀਪ ਨੇ ਮਨੁੱਖਤਾ ਵਿਖਾਉਂਦੇ ਹੋਏ ਉਸ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਤੇ ਸਤਵੀਰ ਨੂੰ ਇਹ ਗੱਲ ਕਹੀ ਕਿ ਭਾਈਆ ਤੂੰ ਕਿੱਥੋਂ ਸਾਹਮਣੇ ਆ ਗਿਆ, ਤੇਰੇ ਨਾਲ ਤਾਂ ਮੇਰਾ ਕੋਈ ਗਿਲਾ ਹੀ ਨਹੀਂ ਸੀ, ਤੇਰੇ ਨਾਲ ਤਾਂ ਮੇਰਾ ਕੋਈ ਰੰਜ ਹੀ ਨਹੀਂ ਸੀ, ਤੈਨੂੰ ਅੱਗੇ ਨਹੀਂ ਆਉਣਾ ਚਾਹੀਦਾ ਸੀ। ਕਿਉਂਕਿ ਜਦੋਂ ਹਥਿਆਰ ਚੱਲਦਾ ਤੇ ਫਿਰ ਹਥਿਆਰ ਇਹ ਨਹੀਂ ਵੇਖਦਾ ਕਿ ਇਹ ਦੋਸ਼ਾ ਮਾਰਿਆ ਜਾ ਰਿਹਾ, ਨਿਰਦੋਸ਼ਾ ਮਾਰਿਆ ਜਾ ਰਿਹਾ ਜਾਂ ਕੋਈ ਦੋਸ਼ਾ ਮਾਰਿਆ ਜਾ ਰਿਹਾ। ਸੋ ਇਹ ਇੰਨੀ ਗੱਲ ਹੋਈ। ਤੇ ਹੁਣ ਗੁਰਵਿੰਦਰ ਕੌਰ ਦਾ ਇਹ ਕਹਿਣਾ ਹੈ ਕਿ ਸਤਬੀਰ ਸਿੰਘ ਦੀ ਪ੍ਰਦੀਪ ਸਿੰਘ ਨਾਲ ਸਿੱਧੀ ਕੋਈ ਲੜਾਈ ਨਹੀਂ ਸੀ। ਪ੍ਰਦੀਪ ਨੇ ਸਗੋਂ ਜਦੋਂ ਉਸ ਤੋਂ ਇਹ ਗਲਤੀ, ਉਸ ਤੋਂ ਇਹ ਵਾਰ ਉਸ ਦੇ ਉੱਤੇ ਹੋ ਗਿਆ, ਉਸਨੇ ਉਸ ਨੂੰ ਜੱਫੀ ਦੇ ਵਿੱਚ ਲਿਆ, ਕਲਾਵੇ ਦੇ ਵਿੱਚ ਲਿਆ ਤੇ ਆਪਣੀ ਗਲਤੀ ਦਾ ਅਹਿਸਾਸ ਕੀਤਾ। ਦੂਜੀ ਗੱਲ, ਸਤਵੀਰ ਦੀ ਪਤਨੀ ਇਹ ਸਵਾਲ ਚੁੱਕਦੀ ਹੈ ਕਿ ਜਦੋਂ ਮੇਰਾ ਘਰ ਵਾਲਾ ਜ਼ਖਮੀ ਸੀ, ਉਸ ਦੇ ਉਂਗਲਾਂ ਜਾਂ ਉਸ ਦਾ ਹੱਥ ਇੱਕ ਵੱਢਿਆ ਹੋਇਆ, ਦੂਜੇ ਦੇ ਉੱਤੇ 12 ਇੰਚ ਲੰਬਾ ਫ੍ਰੈਕਚਰ ਹੈ, ਫੱਟ ਹੈ ਬਹੁਤ ਵੱਡਾ, ਤਾਂ ਉਹ ਪ੍ਰਦੀਪ ਦੇ ਉੱਤੇ ਵਾਰ ਕਿਵੇਂ ਕਰ ਸਕਦਾ ਹੈ? ਸੰਭਵ ਹੀ ਨਹੀਂ। ਇਹ ਵੀ ਪ੍ਰੈਕਟੀਕਲ ਗੱਲ ਹੈ। ਤੁਸੀਂ ਮੇਰੀ ਇੱਥੋਂ ਇੱਕ ਉਂਗਲ ਵੱਢ ਦਿਓ, ਪ੍ਰੈਕਟੀਕਲੀ ਮੈਂ ਦੱਸਦਾ, ਇੱਕੋ ਦਮ ਮੇਰੀਆਂ ਅੱਖਾਂ ਦੇ ਅੱਗੇ ਹਨੇਰਾ ਛਾ ਜਾਏਗਾ, ਮੈਂ ਬਿਲਕੁਲ ਵੀ ਕਾਬਲ ਨਹੀਂ ਹੋਵਾਂਗਾ ਕਿ ਮੈਂ ਤੁਹਾਡੇ ਉੱਤੇ ਮੋੜਵਾਂ ਵਾਰ ਕਰਾਂ ਇੱਕੋ ਦਮ। ਸੋ ਘਟਨਾ ਇਹ ਲੱਗ ਰਹੀ ਹੈ ਹਾਲੇ ਤਫਤੀਸ਼ ਦੇ ਅਧੀਨ ਹੈ, ਪੁਲਿਸ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਏਗੀ ਕਿ ਸਤਬੀਰ ਹੋਰਾਂ ਦਾ ਪੱਖ ਹੈ ਉਹ ਕਿੰਨਾ ਜਾਇਜ਼ ਹੈ। ਦੂਜੀ ਗੱਲ, ਸਤਬੀਰ ਜੇਕਰ ਆਪ ਪਹਿਲਾਂ ਜ਼ਖਮੀ ਹੋ ਚੁੱਕਿਆ ਸੀ ਤਾਂ ਸਤਬੀਰ ਨੇ ਪ੍ਰਦੀਪ ਦੇ ਉੱਤੇ ਵਾਰ ਕਦੋਂ ਕਰ ਦਿੱਤਾ, ਕਿਹੜੇ ਹਥਿਆਰ ਨਾਲ ਕਰ ਦਿੱਤਾ, ਕਿਵੇਂ ਕਰ ਦਿੱਤਾ, ਜਾਂ ਫਿਰ ਸਤਬੀਰ ਅਤੇ ਮਰਹੂਮ ਪ੍ਰਦੀਪ ਦੇ ਵਿਚਾਲੇ ਜਿਹੜਾ ਇਹ ਝਗੜਾ ਚੱਲ ਰਿਹਾ ਸੀ, ਉਸ ਝਗੜੇ ਦੇ ਵਿੱਚ ਕਿਤੇ ਉਹ ਜਿਹੜੇ ਖੌਰੂ ਪਾਊ ਨੌਜਵਾਨ ਸੀ ਜਾਂ ਭੀੜ ਦੇ ਵਿੱਚ ਜਿਹੜੇ ਨੌਜਵਾਨ ਸੀ, ਕਿਤੇ ਉਹਨਾਂ ਨੇ ਕੋਈ ਇਦਾਂ ਦਾ ਕਾਰਾ ਤਾਂ ਨਹੀਂ ਕਰ ਦਿੱਤਾ ਕਿ ਨਾਮ ਇਸ ਵੇਲੇ ਸਤਬੀਰ ਦਾ ਲੱਗ ਰਿਹਾ ਹੈ, ਮੁੱਖ ਮੁਲਜ਼ਮ ਜਿਹੜਾ ਉਹ ਸਤਬੀਰ ਨੂੰ ਬਣਾਇਆ ਹੋਇਆ। ਪ੍ਰਦੀਪ ਸਿੰਘ ਮਰਹੂਮ ਹੋ ਚੁੱਕਿਆ, ਉਸ ਦਾ ਅੰਤਿਮ ਸੰਸਕਾਰ ਵੀ ਹੋ ਚੁੱਕਿਆ, ਪਰ ਅੱਜ ਸਾਡੇ ਸਾਹਮਣੇ ਇੱਕ ਉਹ ਪਰਿਵਾਰ ਜਿਸ ਨੇ ਆਪਣਾ ਬੱਚਾ ਖੋਲਿਆ, ਜਿਹੜਾ ਇਸ ਜਹਾਨ ਤੋਂ ਕੂਚ ਕਰ ਗਿਆ। ਦੂਜੇ ਪਾਸੇ ਉਹ ਪਰਿਵਾਰ ਜਿਨ੍ਹਾਂ ਦਾ 1.5 ਸਾਲ ਦਾ ਬੱਚਾ ਹੈ, ਵਿਲਕਦੇ ਫਿਰਦੇ ਨੇ, ਘਰ ਉਹਨਾਂ ਦੇ ਜਿੰਦਰੇ ਲੱਗੇ ਆ। ਉਸ ਦੀ ਵਾਈਫ ਸਤਵੀਰ ਦੀ PGI ਦੇ ਵਿੱਚ ਜੇਰੇ ਇਲਾਜ ਆਪਣੇ ਘਰ ਵਾਲੇ ਦਾ ਧਿਆਨ ਰੱਖ ਰਹੀ ਹੈ। ਪੁਲਿਸ ਨੇ ਉਸ ਨੂੰ ਮੁੱਖ ਮੁਲਜ਼ਮ ਬਣਾਇਆ ਹੋਇਆ ਪ੍ਰਦੀਪ ਦੇ ਕਤਲ ਦਾ। ਪਰ ਸਿੱਕੇ ਦੇ ਦੂਜੇ ਪਹਿਲੂ ਦੇ ਮੁਤਾਬਕ ਇਸ ਵਕਤ ਹੈਪੀ ਜੀ ਇਹ ਵੇਖਣਾ ਹੋਏਗਾ ਤਫਤੀਸ਼ ਦੇ ਵਿੱਚ ਕਿ ਸੱਚਮੁੱਚ ਸਤਬੀਰ ਦੀ ਗਲਤੀ ਨਾਲ ਪ੍ਰਦੀਪ ਦੀ ਮੌਤ ਹੋਈ ਜਾਂ ਫਿਰ ਵਿੱਚ ਕੋਈ ਤੀਸਰਾ ਵਿਅਕਤੀ ਇਦਾਂ ਦਾ ਆ ਗਿਆ ਜਿਸ ਨੇ ਪ੍ਰਦੀਪ ਦੇ ਉੱਤੇ ਹਮਲਾ ਕੀਤਾ ਤੇ ਪ੍ਰਦੀਪ ਨੂੰ ਆਪਣੀ ਜਾਨ ਗਵਾਉਣੀ ਪਈ। ਜੀ ਪ੍ਰਿੰਸ ਜੀ, ਸਾਰੀ ਜਾਣਕਾਰੀ ਜਿਹੜੀ ਤੁਸੀਂ ਦਿੱਤੀ ਹੈ, ਜੇ ਆਪਾਂ ਦੇਖੀਏ ਕਿ ਜਿਵੇਂ ਫੇਸਬੁੱਕ ਹੈ ਜਾਂ WhatsApp ਹੈ, ਇਸ ਦੇ ਉੱਤੇ ਜਿੰਨੇ ਲੋਕ ਬੈਠੇ ਨੇ ਜਿਹੜੇ ਇਹਨੂੰ ਚਲਾਉਂਦੇ ਨੇ, ਅਸੀਂ ਬਿਨਾਂ ਸੋਚੇ ਸਮਝੇ, ਬਿਨਾਂ ਜਾਣਕਾਰੀ ਸਾਡੇ ਕੋਲ ਨਹੀਂ ਹੁੰਦੀ ਕਿ ਅਸੀਂ ਫਤਵੇ ਸੁਣਾ ਦਿੰਦੇ ਆ ਕਿ ਇਹਦੀ ਗਲਤੀ ਹੈ, ਪਰ ਜਦੋਂ ਫਤਵੇ ਸੁਣਾਉਣ ਤੋਂ ਬਾਅਦ ਦੂਜਾ ਪੱਖ ਆ ਜਾਂਦਾ, ਫਿਰ ਅਸੀਂ ਦੂਜੇ ਪੱਖ 'ਚ ਵੀ ਖੜ ਜਾਂਦੇ ਹਾਂ। ਬਿਲਕੁਲ, ਇਹ ਤਾਂ ਹੈ, ਇਹ ਤਾਂ ਹੈਪੀ ਜੀ ਹੁੰਦਾ। ਦਰਅਸਲ ਕੀ ਆ ਕਿ ਅਸੀਂ ਫਰਜ਼ੀ ਜਾਣਕਾਰੀਆਂ ਦੇ ਆਧਾਰ ਦੇ ਉੱਤੇ ਬਹੁਤ ਜ਼ਿਆਦਾ ਉਪਭਾਵੁਕ ਹੋ ਜਾਂਦੇ ਹਾਂ, ਅਸੀਂ ਬਹੁਤ ਜਲਦੀ ਰਿਐਕਸ਼ਨ ਦੇਣ ਦੇ ਵੱਲ ਚਲੇ ਜਾਂਦੇ ਹਾਂ। ਸਾਨੂੰ ਹਮੇਸ਼ਾ, ਠੀਕ ਹੈ, ਮੈਂ ਇਹ ਗੱਲ ਬਹੁਤ ਸੰਜੀਦਗੀ ਨਾਲ ਕਹਿ ਰਿਹਾ ਕਿ ਪ੍ਰਦੀਪ ਸਿੰਘ ਦਾ ਮਰਹੂਮ ਹੋ ਜਾਣਾ ਬਹੁਤ ਵੱਡਾ ਧੱਬਾ ਹੈ ਇਸ ਵਾਰ ਦੇ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਦੇ ਉੱਤੇ, ਜਾਂ ਉੱਥੇ ਮੌਜੂਦ ਸਾਰੇ ਲੋਕਾਂ ਦੇ ਕਿਰਦਾਰ ਦੇ ਉੱਤੇ, ਉਹਨਾਂ ਦੇ ਉੱਤੇ ਵੀ ਧੱਬਾ ਇਹ ਲੱਗਿਆ ਕਿ ਪ੍ਰਦੀਪ ਇਸ ਜਹਾਨ ਤੋਂ ਕੂਚ ਕਰ ਗਿਆ, ਇਸ ਤਰੀਕੇ ਨਾਲ ਉਸ ਦਾ ਕਤਲ ਹੁੰਦਾ। ਪਰੰਤੂ ਇੱਕ ਪਹਿਲੀ ਹਮਦਰਦੀ ਸਾਡੀ ਪ੍ਰਦੀਪ ਨਾਲ, ਪਰ ਹੁਣ ਇਸ ਵਕਤ ਜਦੋਂ ਦੂਜਾ ਪੱਖ ਸਾਹਮਣੇ ਆਇਆ ਤਾਂ ਸਾਨੂੰ ਸਹਿਜਤਾ ਨਾਲ ਇਹ ਸੋਚਣਾ ਸਮਝਣਾ ਪਏਗਾ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇੱਕੋ ਦਮ ਇੰਨੇ ਰਿਐਕਸ਼ਨਰੀ ਨਾ ਹੋਈਏ ਕਿ ਸਾਡੇ ਰਿਐਕਸ਼ਨਰੀ ਹੋਣ ਕਰਕੇ ਕੋਈ ਬੇਦੋਸ਼ਾ ਜਿਹੜਾ ਹੈ ਉਸ ਨੂੰ ਮੁਲਜ਼ਮ ਮੰਨ ਲਿਆ ਜਾਵੇ ਜਾਂ ਉਹ ਬੇਦੋਸ਼ਾ ਜਿਹੜਾ ਹੈ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਚਲਾ ਜਾਵੇ। ਬਿਲਕੁਲ ਜੀ, ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਕਿ ਅਸੀਂ ਜਲਦੀ ਰਿਐਕਸ਼ਨ ਨਾ ਦਈਏ ਤਾਂ ਕਿ ਸਮਾਜ ਸੋਹਣਾ ਬਣ ਸਕੇ। ਅਗਲੀ ਖਬਰ ਵੱਲ ਵਧਦੇ ਹਾਂ। ਅਜਨਾਲਾ ਦੇ ਵਿੱਚ ਜੋ ਘਟਨਾ ਵਾਪਰੀ, ਉਸ ਘਟਨਾ ਬਾਰੇ ਜਿਹੜੀ ਹੈ ਕਮੇਟੀ ਨੇ ਰਿਪੋਰਟ ਭੇਜੀ ਹੈ ਜਥੇਦਾਰ ਸਾਹਿਬ ਨੂੰ, ਉਸ ਦੇ ਬਾਰੇ ਕੀ ਕਹੋਗੇ? ਲੰਘੀ 23 ਫਰਵਰੀ ਨੂੰ ਭਾਈ ਅਮਰਤਪਾਲ ਸਿੰਘ ਜਿਹੜੇ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਨੇ, ਉਹਨਾਂ ਦੇ ਇੱਕ ਸਾਥੀ ਨੂੰ, ਤੁਹਾਨੂੰ ਸਾਰਾ ਮਾਮਲਾ ਪਤਾ, ਮੈਂ ਉਸ ਮਾਮਲੇ ਦੇ ਵਿੱਚ ਨਹੀਂ ਜਾਂਦਾ, ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਕਿ ਉਹਨਾਂ ਨੇ ਕਿਸੇ ਦੀ ਕੁੱਟਮਾਰ ਕੀਤੀ ਹੈ ਤੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਅਜਨਾਲੇ ਥਾਣੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੁਆਰਾ, ਉਹਨਾਂ ਦੀ ਜਥੇਬੰਦੀ ਦੁਆਰਾ ਇੱਕ ਭਾਰੀ ਇਕੱਠ ਕੀਤਾ ਗਿਆ ਸੀ ਥਾਣੇ ਦੇ ਅੱਗੇ, ਥਾਣੇ ਦੇ ਵਿੱਚ ਵੀ ਜਾ ਕੇ ਉਹ ਬੈਠੇ। ਉੱਥੇ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਕਿ ਗੁਰੂ ਸਾਹਿਬ ਦੀ ਜਿਹੜੀ ਪਵਿੱਤਰ ਜਿਹੜੀ ਸਾਡੀ ਬੀੜ ਹੈ, ਪਵਿੱਤਰ ਸਾਡਾ ਗੁਰੂ ਗ੍ਰੰਥ ਸਾਹਿਬ ਨੇ, ਉਸ ਨੂੰ ਅੱਗੇ ਲਗਾ ਕੇ ਗਏ ਸੀਗੇ। ਉਸ ਸਾਰੇ ਮਾਮਲੇ ਦੇ ਉੱਤੇ ਜਥੇਦਾਰ ਅਕਾਲ ਤਖਤ ਸ਼੍ਰੀ ਗਿਆਨੀ ਹਰਪ੍ਰੀਤ ਸਿੰਘ, ਮਾਫ ਕਰਨਾ,
ਉਹਨਾਂ ਨੇ ਇੱਕ ਕਮੇਟੀ ਬਣਾਈ ਸੀ 15 ਮੈਂਬਰੀ। ਜੀ। ਉਸ ਕਮੇਟੀ ਨੇ ਆਪਣੀ ਇਹ ਰਿਪੋਰਟ ਦੇਣੀ ਸੀ, ਉਸ ਕਮੇਟੀ ਨੇ ਇਹ ਘੋਖ ਪੜਤਾਲ ਕਰਨੀ ਸੀ, ਇਸ ਕਮੇਟੀ ਨੇ ਇਹ ਚਰਚਾ ਕਰਨੀ ਸੀਗੀ ਸੰਪਰਦਾਵਾਂ ਦੇ ਹਿਸਾਬ ਦੇ ਨਾਲ, ਡੇਰਿਆਂ ਦੇ ਹਿਸਾਬ ਦੇ ਨਾਲ, ਕੌਮ ਦੀਆਂ ਰਹੁ ਰੀਤਾਂ ਦੇ ਹਿਸਾਬ ਦੇ ਨਾਲ ਕਿ ਕੀ ਇਹਨਾਂ ਥਾਵਾਂ ਦੇ ਉੱਤੇ ਜਿੱਥੇ ਝਗੜਾ ਹੋਵੇ, ਧਰਨਾ ਹੋਵੇ, ਮੁਜ਼ਾਹਰਾ ਹੋਵੇ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ ਕਿੰਨਾ ਜਾਇਜ਼ ਹੈ ਜਾਂ ਕਿੰਨਾ ਨਹੀਂ ਜਾਇਜ਼ ਹੈ। ਕੱਲ ਉਸ ਕਮੇਟੀ ਨੇ ਆਪਣੀ ਰਿਪੋਰਟ ਜਿਹੜੀ ਹੈ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸੌਂਪ ਦਿੱਤੀ ਹੈ। ਰਿਪੋਰਟ ਸੌਂਪਣ ਦੀ ਜਿਹੜੀ ਜ਼ਿੰਮੇਵਾਰੀ ਲੱਗੀ ਸੀ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਹੋਰਾਂ ਦੀ ਲੱਗੀ ਸੀ। ਮਿਲੀ ਜਾਣਕਾਰੀ ਮੁਤਾਬਕ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਹੋਰਾਂ ਦੇ ਮੁਤਾਬਕ ਕਿ ਕਮੇਟੀ ਨੇ, ਸਬ ਕਮੇਟੀ ਨੇ ਜਿਹੜੀ ਉਹ ਰਿਪੋਰਟ ਸੌਂਪੀ ਹੈ, ਉਸ ਰਿਪੋਰਟ ਦਾ ਹਜੇ ਖੁੱਲ੍ਹ ਕੇ ਸਾਹਮਣੇ ਆਉਣਾ ਬਾਕੀ ਹੈ। ਜਦੋਂ ਰਿਪੋਰਟ ਨਸ਼ਰ ਹੋਏਗੀ ਜਾਂ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਦੱਸਣਗੇ ਕਿ ਕਮੇਟੀ ਨੇ ਕਿਹੜੀਆਂ ਸਿਫਾਰਿਸ਼ਾਂ ਕੀਤੀਆਂ ਨੇ, ਪਰੰਤੂ ਮੁੱਖ ਰੂਪ ਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਆ ਉਸ ਜਾਣਕਾਰੀ ਦੇ ਹਿਸਾਬ ਨਾਲ ਇਹ ਗੱਲ ਕਹੀ ਗਈ ਹੈ ਕਿ ਅਜਨਾਲੇ ਦੇ ਵਿੱਚ ਜੋ ਕੁਝ ਵਾਪਰਿਆ ਉਸ ਦੀ ਇਸ ਕਮੇਟੀ ਨੇ ਨਿੰਦਾ ਕੀਤੀ ਹੈ। ਕਮੇਟੀ ਨੇ ਇਸ ਗੱਲ ਦੀ ਵੀ ਨਿੰਦਾ ਕੀਤੀ ਹੈ ਕਿ ਉਹ ਪਾਲਕੀ ਸਾਹਿਬ, ਉਹ ਬੱਸ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਨ, ਉਸ ਦੇ ਸ਼ੀਸ਼ੇ ਟੁੱਟੇ ਸੀਗੇ ਉਸ ਹੜਦੁੰਗ ਦੇ ਵਿੱਚ, ਉਸ ਭਗਦੜ ਦੇ ਵਿੱਚ, ਉੱਥੇ ਵਾਪਰੀਆਂ ਘਟਨਾਵਾਂ ਦੇ ਵਿੱਚ, ਉਸ ਨੂੰ ਵੀ ਬੇਅਦਬੀ ਮੰਨਿਆ ਗਿਆ। ਇਸ ਤੋਂ ਵੱਧ ਵੀ ਕੁਝ ਹੋ ਸਕਦਾ ਸੀਗਾ ਜੇਕਰ ਪੁਲਿਸ ਉਸ ਦੇ ਉੱਥੇ ਪਾਣੀ ਦੀਆਂ ਬੁਛਾਰਾਂ ਛੱਡ ਦਿੰਦੀ ਜਾਂ ਕੁਝ ਹੋਰ ਹੋ ਜਾਂਦਾ ਤਾਂ ਬੇਅਦਬੀ ਹੋ ਸਕਦੀ ਸੀ। ਔਰ ਦੂਜੀ ਗੱਲ, ਕਮੇਟੀ ਨੇ ਇਸ ਰਿਪੋਰਟ ਦੇ ਵਿੱਚ ਆਪਣੀ ਇਹ ਸਿਫਾਰਿਸ਼ ਕੀਤੀ ਹੈ ਕਿ ਝਗੜੇ ਵਾਲੀ ਥਾਂ ਦੇ ਉੱਤੇ, ਧਰਨੇ ਵਾਲੀ ਥਾਂ ਦੇ ਉੱਤੇ, ਮੁਜ਼ਾਹਰੇ ਵਾਲੀ ਥਾਂ ਦੇ ਉੱਤੇ ਕੋਸ਼ਿਸ਼ ਕੀਤੀ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਉਹ ਨਾ ਲੈ ਕੇ ਜਾਇਆ ਜਾਵੇ, ਤਾਂ ਕਿ ਸੰਭਾਵੀ ਜਿਹੜੀ ਬੇਅਦਬੀ ਹੁੰਦੀ ਹੈ ਉਸ ਤੋਂ ਜਿੰਨਾ ਹੋ ਸਕੇ ਉਹਨਾਂ ਬਚਾਅ ਕੀਤਾ ਜਾਣਾ ਚਾਹੀਦਾ। ਹੁਣ ਇਹ ਵੀ ਸਿੱਕੇ ਦੇ ਦੋ ਪਹਿਲੂ ਆਉਣਗੇ ਜਦੋਂ ਇਹ ਰਿਪੋਰਟ ਖੁੱਲ੍ਹ ਕੇ ਸਾਹਮਣੇ ਆ ਜਾਏਗੀ, ਜਾਂ ਜਦੋਂ ਹੁਣ ਅਸੀਂ ਇਸ ਰਿਪੋਰਟ ਦੇ ਹਵਾਲੇ ਦੇ ਨਾਲ ਜਿਹੜੀ ਗੱਲ ਸਾਹਮਣੇ ਰੱਖੀ ਹੈ, ਇਸ ਨੂੰ ਲੈ ਕੇ ਹੋ ਸਕਦਾ ਕਿ ਸੋਸ਼ਲ ਮੀਡੀਆ ਦੀ ਜਿਹੜੀ ਆਰਮੀ ਹੈ ਉਹ ਸਾਨੂੰ ਵੀ ਟਰੋਲ ਕਰਨਾ ਸ਼ੁਰੂ ਕਰ ਦੇਵੇ। ਪਰੰਤੂ ਮੈਂ ਉਸ ਰਿਪੋਰਟ ਦੀ ਜਿਹੜੇ ਮੁੱਖ ਪਹਿਲੂ ਦੇ ਆਧਾਰ ਦੇ ਉੱਤੇ ਕਰਨੈਲ ਸਿੰਘ ਪੀਰ ਮੁਹੰਮਦ ਹੋਰਾਂ ਦੇ ਹਵਾਲੇ ਦੇ ਨਾਲ ਇਹ ਗੱਲ ਕਹਿ ਰਿਹਾ ਕਿ ਕਮੇਟੀ ਨੇ ਸਿਫਾਰਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਰਿਪੋਰਟ ਦੇ ਵਿੱਚ ਕਿ ਬਚੋ ਜਿੰਨਾ ਬਚ ਸਕਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹਨਾਂ ਥਾਵਾਂ ਦੇ ਉੱਤੇ ਧਰਨਾ, ਮੁਜ਼ਾਹਰਾ, ਝਗੜਾ ਜਿੱਥੇ ਕਿਤੇ ਹੋਇਆ, ਜਲੂਸ ਕੋਈ ਐਦਾਂ ਦਾ ਨਿਕਲ ਰਿਹਾ ਜਿਸ ਦੇ ਵਿੱਚ ਰੋਸ ਵਿਖਾਵਾ ਹੋ ਰਿਹਾ, ਉੱਥੇ ਮਹਾਰਾਜ ਦਾ ਸਰੂਪ ਹੈ ਜਿਹੜਾ ਉਹ ਨਾ ਲੈ ਕੇ ਜਾਇਆ ਜਾ ਸਕੇ, ਤਾਂ ਜੋ ਅਜਨਾਲੇ ਵਰਗੀ ਜਿਹੜੀ ਕੋਈ ਘਟਨਾ ਹੈ ਉਸ ਘਟਨਾ ਤੋਂ ਬਚਿਆ ਜਾ ਸਕੇ। ਪ੍ਰਿੰਸ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਨਾਂ ਖਬਰਾਂ ਦੇ ਉੱਤੇ ਚਰਚਾ ਕੀਤੀ। ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਹੈਪੀ ਜੀ।